ਹੈਲੋ ਸਟੂਡੈਂਟਸ, ਅੱਜ ਅਸੀਂ ਕਲਾਸ +2 ਦਾ ਇੰਗਲਿਸ਼ ਰੀਡਰ ਦਾ ਚੈਪਟਰ 4 ਰੋਬੋਟ ਐਂਡ ਪੀਪਲ ਬਾਏ ਇਜ਼ਾਕ ਐਜ਼ੀਮੋਵ ਬਾਰੇ ਡਿਸਕਸ ਕਰਨਾ ਹੈ। ਸੋ ਫਸਟ ਆਫ ਆਲ, long question. Give in brief the theme of the chapter Robot and People. This chapter is based on the importance of scientific innovation on human life. जो चैप्टर है बेसिकली किस गल के ऊपर बेस है? इंपॉर्टेंस साइंटिफिक इनोवेशन जो ह्यूमन जो है डे टू डे नई इन्वेंशन कर रहा है उसकी इंपॉर्टेंस की है उसके बारे। मशीन्स मेक आवर लाइफ कंफर्टेबल। मशीन्स ने साडी लाइफ नूं जिहड़ा है वो कंफर्टेबल कर दिता है। रोबोटिक मशीन्स आर कॉम्प्लीकेटेड। जो रोबोटिक मशीन्स ने रोबोट ਦਾ ਤੁਸੀਂ ਦੇਖਦੇ हैं ਅੱਜਕੱਲ ਰੋਜ਼ ਨਈ ਜਿਹੜੇ ਰੋਬੋਟਸ ਤਰ੍ਹਾਂ ਦੇ ਬਣਦੇ ਆ ਰਹੇ ਨੇ। ਸੋ ਇਹ ਜਿਹੜੇ ਨੇ ਇਹਦੇ ਕੰਪਲਿਕੇਟਡ ਹੁੰਦੀਆਂ ਨੇ। ਅਕੋਰਡਿੰਗ ਟੂ ਰਾਈਟਰ ਮਸ਼ੀਨਸ ਡਿਸਟਰੋਏ ਸਮ ਜੌਬਸ। ਲੇਖਕ ਦੇ ਹਿਸਾਬ ਨਾਲ ਮਸ਼ੀਨਸ ਨੇ ਕੁਝ ਜੌਬਸ ਨੂੰ ਖਤਮ ਕਰ ਦਿੱਤਾ ਹੈ ਬਟ ਕ੍ਰੀਏਟ ਮੋਰ ਨਿਊ ਜੌਬਸ ਲਾਈਕ ਆਟੋਮੋਬਾਈਲਸ। ਡਿਸਟਰੋਏ ਹੌਰਸ ਰਿਲੇਟਡ ਜੌਬ। ਆਟੋਮੋਬਾਈਲ ਨੇ ਜੋ ਹੈ ਉਹ ਘੋੜਿਆਂ ਨਾਲ ਸੰਬੰਧਿਤ ਜੌਬਸ ਨੂੰ ਖਤਮ ਕਰ ਦਿੱਤਾ ਹੈ ਬਟ ਕ੍ਰੀਏਟ ਮੈਨੀ ਨਿਊ ਜੌਬਸ। ਪਰ ਬਹੁਤ ਸਾਰੀਆਂ ਨਈ ਜੌਬਸ ਨੂੰ ਬਣਾਇਆ ਹੈ, ਕ੍ਰੀਏਟ ਕੀਤਾ ਹੈ, ਜਿਵੇਂ ਮਕੈਨਿਕ ਹੈ, ਟਾਇਰ ਹੈ, ਆਇਲ ਵੈਲ ਹੈ ਐਟਸੈਟਰਾ। With the passage of time, computers become more and more complicated. ਸਮਾਂ ਬੀਤਣ ਦੇ ਨਾਲ ਪੈਸੇਜ ਆਫ ਟਾਈਮ ਕੰਪਿਊਟਰ ਜਿਹੜੇ ਨੇ ਉਹ ਜ਼ਿਆਦਾ ਤੋਂ ਜ਼ਿਆਦਾ ਕੰਪਲਿਕੇਟਡ ਹੁੰਦੇ ਜਾ ਰਹੇ ਨੇ। ਮਸ਼ੀਨਸ ਮੇ ਇਨਕਰੀਜ਼ ਸਪੀਡ ਐਂਡ ਐਕਿਊਰੇਸੀ। ਜੋ ਮਸ਼ੀਨਸ ਨੇ ਕਹਿੰਦੇ ਜੀ ਉਹ ਸਪੀਡ ਅਤੇ ਐਕਿਊਰੇਸੀ ਨੂੰ ਵਧਾ ਦਿੰਦੀਆਂ ਨੇ but humans are more creative and innovative। ਪਰ ਜਿਹੜੇ ਹਿਊਮਨਸ ਨੇ ਬੇਸ਼ੱਕ ਇਹਨਾਂ ਦੀ ਸਪੀਡ ਘੱਟ ਹੁੰਦੀ ਹੈ ਪਰ ਇਹ ਕ੍ਰੀਏਟਿਵ ਹੁੰਦੇ ਨੇ। ਜੋ ਮਸ਼ੀਨਸ ਹੁੰਦੀਆਂ ਨੇ ਦੇ ਆਰ ਨਾਟ ਕ੍ਰੀਏਟਿਵ। ਨਵੀਂ ਚੀਜ਼ਾਂ ਨਹੀਂ ਬਣਾ ਸਕਦੀਆਂ, ਨਵੇਂ ਆਈਡੀਆਜ਼ ਨਹੀਂ ਲਿਆ ਸਕਦੀਆਂ ਬਟ ਹਿਊਮਨਸ ਦੇ ਵਿੱਚ ਇਹ ਸਪੈਸ਼ਲਿਟੀ ਹੈ। ਦੈਨ ਮਸ਼ੀਨ ਦੇ ਆਰ ਸਪੈਸ਼ਲ ਕ੍ਰੀਏਸ਼ਨ ਆਫ ਨੇਚਰ। ਜੋ ਹਿਊਮਨਸ ਨੇ ਇਹ ਕੁਦਰਤ ਦੀ ਬਹੁਤ ਹੀ ਸੋਹਣੀ ਕਾਢ ਹੈ। ਦੇ ਕ੍ਰੀਏਟ ਮੋਰ ਕੰਪਲਿਕੇਟ ਮਸ਼ੀਨਸ ਡੇ ਬਾਏ ਡੇ। ਤੇ ਦਿਨ ਪਰ ਦਿਨ ਜਿਹੜੀਆਂ ਹੈ ਇਹ ਮਨੁੱਖ ਜਿਹੜਾ ਹੈ ਨਵੀਂ ਤੋਂ ਨਵੀਂ ਹੋਰ ਕੰਪਲਿਕੇਟ ਤੋਂ ਹੋਰ ਕੰਪਲਿਕੇਟ ਜਿਹੜੀ ਹੈ ਮਸ਼ੀਨਾਂ ਨੂੰ। ਨਾਓ ਸ਼ਾਰਟ ਕੁਐਸਚਨ ਆਨਸਰਸ। ਵਾਈ ਡਜ਼ US not want to have a speedy pace with the use of industrial robots? Probably due to the fear of unemployment। ਜੋ US ਵਾਲੇ ਨੇ ਉਹ ਇੰਡਸਟਰੀਅਲ ਰੋਬੋਟਸ ਨੂੰ ਬਹੁਤ ਜ਼ਿਆਦਾ ਤੇਜ਼ੀ ਨਾਲ ਆਪਣੇ ਫੈਕਟਰੀਆਂ ਵਿੱਚ ਕਿਉਂ ਨਹੀਂ ਲਗਾਉਣਾ ਚਾਹੁੰਦੇ? ਕਿਉਂਕਿ ਉਹਨਾਂ ਨੂੰ ਡਰ ਹੈ ਫੀਅਰ ਆਫ ਅਨਐਮਪਲੋਇਮੈਂਟ ਕਿ ਲੋਕਾਂ ਦੇ ਵਿੱਚ ਬੇਰੁਜ਼ਗਾਰੀ ਬਹੁਤ ਜ਼ਿਆਦਾ ਤੇਜ਼ੀ ਨਾਲ ਵੱਧ ਜਾਵੇਗੀ। Number next, list out the dangerous jobs that human generally take up। ਲਿਸਟ ਬਣਾਓ ਜਿਹੜੀਆਂ ਜੌਬਸ ਜਿਹੜੀਆਂ ਨੇ ਉਹ ਖਤਮ ਹੋ ਰਹੀਆਂ ਨੇ। ਕਹਿੰਦੇ ਵਰਕਿੰਗ ਇਨ ਮਾਈਨਸ ਔਰ ਔਨ ਬਿਲਡਿੰਗ ਕੰਸਟਰਕਸ਼ਨਸ ਔਰ ਵਿਦ ਦ ਡੇਂਜਰਸ ਕੈਮੀਕਲਸ ਔਰ ਐਕਸਪਲੋਸਿਵਸ। ਸੋ ਇਹ ਉਹ ਜਿਹੜੀਆਂ ਜੌਬਸ ਨੇ ਜਿਨ੍ਹਾਂ ਦੇ ਨਾਲ ਕਰਕੇ ਜਿਹੜਾ ਹੈ ਕਿ ਬਹੁਤ ਜ਼ਿਆਦਾ ਜਿਹੜਾ ਹੈ ਖਤਰਾ ਜਿਹੜਾ ਹੈ ਉਹ ਰਹਿੰਦਾ ਹੈ ਹਿਊਮਨਸ ਵਾਸਤੇ। ਕੁਐਸਚਨ ਨੰਬਰ 3, what are the simple routine jobs that men generally remain busy with? ਆਮ ਤੌਰ 'ਤੇ ਰੂਟੀਨ ਵਾਲੀਆਂ ਜੌਬਸ ਕਿਹੜੀਆਂ ਨੇ ਜਿਨ੍ਹਾਂ ਨਾਲ ਕਿ ਮੈਨ ਬਿਜ਼ੀ ਰਹਿੰਦਾ ਹੈ? ਫਿਲਿੰਗ ਕਾਰਡਸ ਔਰ ਟਾਈਪਿੰਗ routine letters or tightening bolts or carrying something from here to there are the simple routine
jobs that men generally remain busy with. ਕਾਰਡਸ ਨੂੰ ਭਰਨਾ, ਟਾਈਪਿੰਗ ਕਰਨਾ, ਲੈਟਰਸ ਦੀ ਟਾਈਟਨਿੰਗ ਬੋਲਟਸ, ਨਟਾਂ ਨੂੰ ਬੋਲਟ ਨੂੰ ਟਾਈਟ ਕਰਨਾ, ਕੈਰਿੰਗ ਸਮਥਿੰਗ ਫਰੋਮ ਹੇਅਰ ਟੂ ਦੇਅਰ, ਅਤੇ ਇੱਕ ਵਸਤੂ ਨੂੰ, ਕਿਸੇ ਸਮਾਨ ਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਲੈ ਕੇ ਜਾਣਾ ਆਰ ਦ ਸਿੰਪਲ ਰੂਟੀਨ ਜੋਬਸ ਜਿਹੜੇ ਕਿ ਮੈਨ ਆਮ ਤੌਰ 'ਤੇ ਕਰਨ ਦੇ ਵਿੱਚ ਬਿਜ਼ੀ ਰਹਿੰਦਾ ਆ। ਨੈਕਸਟ ਕੁਐਸਚਨ ਨੰਬਰ 4, what is more creative, a robot or a human brain? How? ਦੋਹਾਂ ਵਿੱਚੋਂ ਕੌਣ ਜ਼ਿਆਦਾ ਕ੍ਰੀਏਟਿਵ ਹੈ? Humans are more creative than robots. Percentage of quality can be improved with the help of robots. ਦੋਨਾਂ ਵਿੱਚੋਂ ਹਿਊਮਨ ਅਤੇ ਰੋਬੋਟ ਵਿੱਚੋਂ ਕਹਿੰਦੇ ਜੀ ਹਿਊਮਨਸ ਜਿਹੜੇ ਨੇ ਉਹ ਜ਼ਿਆਦਾ ਕ੍ਰੀਏਟਿਵ ਨੇ ਕਿਹਦੇ ਨਾਲੋਂ? ਰੋਬੋਟਸ ਨਾਲੋਂ। ਜਿਹੜੀ ਪਰਸੈਂਟੇਜ ਹੈ ਕੁਆਲਿਟੀ ਦੀ ਉਸਨੂੰ ਅਸੀਂ ਜਿਹੜਾ ਹੈ ਇੰਪਰੂਵ ਵਧਾ ਸਕਦੇ ਹਾਂ ਵਿਦ ਦੀ ਹੈਲਪ ਆਫ ਰੋਬੋਟਸ। ਰੋਬੋਟਸ ਦੀ ਸਹਾਇਤਾ ਨਾਲ ਅਸੀਂ ਕੰਮ ਦੀ ਕੁਆਲਿਟੀ ਨੂੰ ਵਧਾ ਸਕਦੇ ਹਾਂ, ਬਟ ਹਿਊਮਨਸ ਜਿਹੜੇ ਨੇ ਦੇ ਆਰ ਮੋਰ ਕ੍ਰੀਏਟਿਵ। What led to the loss of jobs with the invention of automobiles? ਕਿਸ ਤਰ੍ਹਾਂ ਦੇ ਜੌਬਸ ਦਾ ਨੁਕਸਾਨ ਹੋਇਆ ਹੈ ਜਿਹੜੀਆਂ ਕਿ ਆਟੋਮੋਬਾਈਲਸ ਦੀ ਇਨਵੈਂਸ਼ਨਸ ਦੇ ਨਾਲ? There was a gradual but steady loss of jobs that involved horses. ਕਹਿੰਦੇ ਜੀ ਹੌਲੀ ਹੌਲੀ ਜਿਹੜਾ ਹੈ ਜਿਹੜਾ ਪ੍ਰਭਾਵ ਪੈ ਰਿਹਾ ਹੈ ਉਹ ਘੋੜਿਆਂ ਨਾਲ ਸੰਬੰਧਿਤ ਕੰਮਾਂ ਨੂੰ ਘਟਾ ਰਿਹਾ ਹੈ ਆਟੋਮੋਬਾਈਲਸ ਦੇ ਨਾਲ, ਕਿਉਂਕਿ ਘੋੜਿਆਂ ਦਾ ਸਭ ਤੋਂ ਪਹਿਲਾਂ ਜਿਹੜਾ ਯੂਜ਼ ਸੀਗਾ ਉਹ ਆਵਾਜਾਈ ਦੇ ਲਈ ਕੀਤਾ ਜਾਂਦਾ ਸੀਗਾ, ਟਰਾਂਸਪੋਰਟੇਸ਼ਨ ਦੇ ਲਈ ਕੀਤਾ ਜਾਂਦਾ ਸੀਗਾ, ਅਤੇ ਜਿਹੜਾ ਕਿ ਬਹੁਤ ਹੱਦ ਤੱਕ ਬਹੁਤ ਮਹਿੰਗਾ ਪੈਂਦਾ ਸੀ। ਅੱਜ ਕੱਲ੍ਹ ਜਿਹੜਾ ਹੈ ਆਟੋਮੋਬਾਈਲਸ ਦੇ ਆਉਣ ਨਾਲ ਲੋਕਾਂ ਦੇ ਵਿੱਚ ਜਿਹੜਾ ਹੈ ਹਾਰਸਿਸ ਦੇ ਨਾਲ ਸਫ਼ਰ ਕਰਨਾ ਜਿਹੜਾ ਹੈ ਬਹੁਤ ਹੱਦ ਤੱਕ ਪ੍ਰਭਾਵਿਤ ਹੋ ਗਿਆ ਹੈ, ਘਟ ਗਿਆ ਹੈ। Next, question number 6. How was automobile industry a boon for employment? ਕਿਸ ਤਰ੍ਹਾਂ ਕਹਿੰਦੇ ਜੀ ਕੀ ਹੈ ਕਿ ਜਿਹੜਾ ਇਹ ਆਟੋਮੋਬਾਈਲ ਇੰਡਸਟਰੀ ਹੈ ਉਹ ਬਹੁਤ ਤੇਜ਼ੀ ਨਾਲ ਜਿਹੜਾ ਹੈ ਉਹ ਲੋਕਾਂ ਦੇ ਲਈ ਰੁਜ਼ਗਾਰ ਦਾ ਜ਼ਰੀਆ ਬਣਦੀ ਜਾ ਰਹੀ ਹੈ। ਕਹਿੰਦੇ ਜੀ all the garages, auto mechanics, all the tires manufacturing, highway buildings, oil well drilling, ਇਹ ਕੁਝ ਜੌਬਸ ਨੇ। ਆਲ ਦ ਗੈਰਾਜਿਸ, ਜਿਹੜੇ ਗੈਰਾਜ ਨੇ ਆਟੋ ਮਕੈਨਿਕ ਵਾਲੇ, ਕਹਿੰਦੇ ਜੀ ਉੱਥੇ ਸਾਰੇ ਕਿਤੇ। ਆਲ ਦ ਟਾਇਰ ਮੈਨੂਫੈਕਚਰਿੰਗ, ਜਿਹੜੇ ਟਾਇਰ ਬਣਦੇ ਪਏ ਨੇ। ਹਾਈਵੇ ਦੇ ਉੱਪਰ ਜਿਹੜੀਆਂ ਬਿਲਡਿੰਗਸ ਬਣਦੀਆਂ ਪਈਆਂ ਨੇ, ਜਿਹੜੀਆਂ ਤੇਲ ਦੀ ਖੂਹ ਵਿੱਚ ਉਸਨੂੰ ਕੱਢਣ ਦੇ ਵਿੱਚ ਜਿਹੜਾ ਹੈ ਤਰ੍ਹਾਂ ਦੇ ਕੰਮ, ਇਹ ਉਹ ਨਵੇਂ ਤਰ੍ਹਾਂ ਦੇ ਕੰਮ ਨੇ ਜਿਹੜੇ ਕਿ ਆਟੋਮੋਬਾਈਲ ਇੰਡਸਟਰੀ ਦੇ ਆਉਣ ਦੇ ਨਾਲ ਜਾਂ ਆਟੋਮੋਬਾਈਲਸ ਦੇ ਆਉਣ ਦੇ ਨਾਲ ਆਟੋਮੋਬਾਈਲ ਇੰਡਸਟਰੀ ਦੀ ਡਿਮਾਂਡ ਜਿਹੜੀ ਹੈ ਰੁਜ਼ਗਾਰ ਦੇ ਵਾਸਤੇ ਬਹੁਤ ਜ਼ਿਆਦਾ ਤੇਜ਼ੀ ਨਾਲ ਵੱਧ ਰਹੀ ਹੈ। ਕੁਐਸਚਨ ਨੰਬਰ 7, ਹਾਊ ਕੈਨ ਵੀ ਡੀਲ ਵਿਦ ਦ ਟ੍ਰਾਂਜੀਸ਼ਨ ਪੀਰੀਅਡ? ਟ੍ਰਾਂਜੀਸ਼ਨ ਪੀਰੀਅਡ ਦਾ ਮਤਲਬ ਹੁੰਦਾ ਹੈ ਦੋ ਪੀਰੀਅਡਸ ਦੇ ਵਿਚਕਾਰ ਦਾ ਸਮਾਂ। ਜਿਵੇਂ ਕਿ ਅੱਜ ਕੱਲ੍ਹ ਅਸੀਂ ਦੇਖ ਰਹੇ ਹਾਂ ਕਿ ਆਧੁਨਿਕ ਯੁੱਗ ਦੇ ਵਿੱਚ ਕੀ ਹੋ ਰਿਹਾ ਹੈ, ਮਨੁੱਖ ਦਾ ਜਿਹੜਾ ਹੈ ਸਰੀਰਕ ਕੰਮ ਘਟਦਾ ਜਾ ਰਿਹਾ ਹੈ, ਮਸ਼ੀਨਾਂ ਦਾ ਜਿਹੜਾ ਉਪਯੋਗ ਹੈ ਸਾਡੇ ਰੋਜ਼ਾਨਾ ਜੀਵਨ ਦੇ ਵਿੱਚ ਵੱਧਦਾ ਜਾ ਰਿਹਾ ਹੈ। ਤਾਂ ਇਸ ਤਰ੍ਹਾਂ ਦੇ ਕੰਮ ਨੂੰ ਟਾਈਮ ਦੇ ਪੀਰੀਅਡ ਨੂੰ ਅਸੀਂ ਕਹਿੰਦੇ ਟ੍ਰਾਂਜੀਸ਼ਨ ਪੀਰੀਅਡ। ਵੀ ਕੈਨ ਡੀਲ ਵਿਦ ਟ੍ਰਾਂਜੀਸ਼ਨ ਪੀਰੀਅਡ ਵਿਦ ਇੰਟੈਲੀਜੈਂਸ ਐਂਡ ਪੇਸ਼ੈਂਸ। ਕਹਿੰਦੇ ਜੀ ਅਸੀਂ ਇਸ ਸਮੇਂ ਨੂੰ ਕਿਸ ਤਰ੍ਹਾਂ ਸੰਭਾਲ ਸਕਦੇ ਹਾਂ? ਇਸ ਸਮੇਂ ਦੇ ਵਿੱਚ ਕਹਿੰਦੇ ਜੀ ਆਪਣੀ ਇੰਟੈਲੀਜੈਂਸ, ਸਮਝਦਾਰੀ ਦੇ ਨਾਲ ਅਤੇ ਪੇਸ਼ੈਂਸ ਦੇ ਨਾਲ ਅਸੀਂ ਜਿਹੜਾ ਹੈ ਇਸ ਸਮੇਂ ਨੂੰ ਵੇਟ ਕਰੀਏ ਕਿ ਇਹ ਜਿਹੜਾ ਸਮਾਂ ਹੈ ਆਪਣੇ ਇਸ ਦੇ ਨਾਲ ਸਾਨੂੰ ਜਿਹੜਾ ਹੈ ਬੀਤ ਜਾਏਗਾ। ਸੋ ਨੈਕਸਟ, ਵਾਟ ਇਜ਼ ਦ ਪ੍ਰਾਈਮ ਡਿਫਰੈਂਸ ਬਿਟਵੀਨ ਰੋਬੋਟ ਐਂਡ ਹਿਊਮਨ ਬ੍ਰੇਨ? ਕਹਿੰਦੇ ਜੀ ਮੇਨ ਡਿਫਰੈਂਸ ਕੀ ਹੈ ਰੋਬੋਟ ਅਤੇ ਮਨੁੱਖੀ ਦਿਮਾਗ ਦੇ ਵਿੱਚ? ਕਹਿੰਦੇ ਜੀ ਮੇਨ ਡਿਫਰੈਂਸ ਹੈ humans are naturally smart but robots are man-made।
ਕਹਿੰਦੇ ਜੀ ਮਨੁੱਖ ਜਿਹੜਾ ਹੈ ਉਹ ਕੁਦਰਤੀ ਸੁੰਦਰ ਹੁੰਦਾ ਹੈ, ਸਮਾਰਟ ਹੈ, ਦਿਮਾਗ ਹੈ ਉਹਦੇ ਕੋਲ ਆਪਣਾ, ਬਟ ਜਿਹੜੇ ਰੋਬੋਟਸ ਨੇ ਇਹ ਕਹਿੰਦੇ ਜੀ ਮੈਨ ਮੇਡ ਹੈ, ਮਨੁੱਖ ਨੇ ਬਣਾਏ ਨੇ, ਤੇ ਰੋਬੋਟਸ ਆਰ ਮੇਡ ਸਮਾਰਟ। ਰੋਬੋਟਸ ਨੂੰ ਮਨੁੱਖ ਆਪਣੇ ਦਿਮਾਗ ਦੀ ਵਰਤੋਂ ਦੇ ਨਾਲ ਸਮਾਰਟ ਬਣਾ ਰਿਹਾ ਹੈ। Question number 9. How does the narrator find robots useless in some task? ਲੇਖਕ ਨੂੰ ਰੋਬੋਟ ਜਿਹੜਾ ਹੈ ਕਈ ਥਾਵਾਂ ਤੇ ਕਿਸੇ ਕੰਮ ਦੇ ਨਹੀਂ ਲੱਗਦੇ। ਕਹਿੰਦੇ ਜੀ ਰੋਬੋਟਸ ਆਰ ਨਾਟ ਕ੍ਰੀਏਟਿਵ ਐਂਡ ਇਮੈਜੀਨੇਟਿਵ। ਰੋਬੋਟਸ ਕਹਿੰਦੇ ਜੀ, ਲੇਖਕ ਕਹਿੰਦਾ ਹੈ ਮੈਨੂੰ ਲੱਗਦਾ ਹੈ ਕਿ ਇਹ ਨਾ ਹੀ ਕੋਈ ਨਵੀਂ ਚੀਜ਼ ਕ੍ਰੀਏਟ ਕਰ ਸਕਦੇ ਨੇ ਤੇ ਨਾ ਹੀ ਇਹ ਕੁਝ ਸੋਚ ਸਕਦੇ ਨੇ। ਇਹਨਾਂ ਦੇ ਵਿੱਚ ਨਾ ਹੀ ਕੁਝ ਨਵਾਂ ਸੋਚਣ ਦੀ ਤੇ ਨਾ ਹੀ ਕੁਝ ਨਵਾਂ ਸਿਰਜਣ ਦੀ ਸਮਰੱਥਾ ਹੈ। ਨਾਟ ਕ੍ਰੀਏਟਿਵ ਐਂਡ ਇਮੈਜੀਨੇਟਿਵ। Question number 10. Describe the two kinds of intelligence on the earth. ਦੋ ਤਰ੍ਹਾਂ ਦੀ ਕਿਹੜੀ ਇੰਟੈਲੀਜੈਂਸ ਜਿਹੜੀ ਹੈ ਧਰਤੀ ਦੇ ਉੱਪਰ ਪਾਈ ਜਾਂਦੀ ਹੈ? ਤਾਂ ਕਹਿੰਦੇ ਜੀ ਕੁਐਸਚਨ ਇਸ ਦਾ ਆਨਸਰ ਹੈ there will be a computer intelligence, ਕੰਪਿਊਟਰ ਜਾਂ ਰੋਬੋਟ ਇੰਟੈਲੀਜੈਂਸ, and the human intelligence, ਤੇ ਮਨੁੱਖ ਦੀ ਇੰਟੈਲੀਜੈਂਸ ਹੈ। each one will work in a different way. ਦੋਨੋਂ ਹੀ ਅਲੱਗ-ਅਲੱਗ ਢੰਗ ਦੇ ਨਾਲ ਕੰਮ ਕਰਦੀਆਂ ਨੇ ਐਂਡ ਈਚ ਵਿਲ ਕੋਆਪਰੇਟ ਵਿਦ ਦ ਅਦਰ, ਤੇ ਦੋਨੋਂ ਹੀ ਇੱਕ ਦੂਸਰੇ ਦੇ ਨਾਲ ਕੋਆਪਰੇਟ ਕਰਕੇ ਕੰਮ ਕਰਦੀਆਂ ਨੇ। ਕਿਉਂਕਿ ਮਨੁੱਖ ਦੇ ਕੋਲ ਆਪਣਾ ਦਿਮਾਗ ਹੈ, ਮਨੁੱਖ ਜਿਹੜਾ ਹੈ ਉਹ ਕ੍ਰੀਏਟਿਵ ਹੈ, ਇਮੈਜੀਨੇਟਿਵ ਹੈ, ਪਰ ਜਿਹੜੀ ਐਕਿਊਰੇਸੀ ਹੈ, ਜਿਹੜੀ ਪਰਫੈਕਸ਼ਨ ਹੈ ਕੰਮ ਦੀ, ਉਹ ਮਸ਼ੀਨਾਂ ਦੇ ਨਾਲ ਆ ਸਕਦੀ ਹੈ। ਸੋ ਇਸ ਕਰਕੇ ਦੋਨੋਂ ਹੀ ਆਪਸ ਦੇ ਵਿੱਚ ਕੋਆਪਰੇਟ ਕਰਕੇ ਇੱਕ ਦੂਸਰੇ ਦੇ ਨਾਲ ਜਿਹੜਾ ਹੈ ਉਹ ਅੱਗੇ ਵੱਧ ਸਕਦੇ ਨੇ। ਸੋ ਦਿਸ ਇਜ਼ ਆਲ ਅਬਾਊਟ ਦ ਚੈਪਟਰ ਰੋਬੋਟਸ ਐਂਡ ਦ ਪੀਪਲ। ਥੈਂਕ ਯੂ ਵੈਰੀ ਮਚ।